ਪਿਓ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਵੰਗਾਰ ਭਰਿਆ ਫਰਮਾਨ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਉ, ਸਿਰਦਰ ਤਲੀ ਗਲੀ ਮੇਰੀ ਆਉ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਸ ਮਹਾਵਾਕ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਮੰਨ ਕੇ ਪ੍ਰੇਮ ਦੇ ਮਾਰਗ ਉੱਤੇ ਤੁਰਨ ਵਾਲੇ ਅਨੇਕਾਂ ਹੀ ਸਿੱਖ ਸੂਰਵੀਰ ਯੋਧੇ ਹੋਏ ਹਨ, ਜਿਨ੍ਹਾਂ ਨੇ ਆਪਣੇ ਆਪ ਨੂੰ ਧਰਮ ਤੋਂ ਕੌਮ ਤੋਂ ਕੁਰਬਾਨ ਕੀਤਾ ਹੈ। ਸਾਧ ਸੰਗਤ, ਸਭ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਆਪਣੀ ਅਦੁੱਤੀ ਸ਼ਹਾਦਤ ਦਿੱਤੀ ਔਰ ਐਸੀਆਂ ਸ਼ਹਾਦਤਾਂ ਦੀ ਸ਼ੁਰੂਆਤ ਕਰ ਦਿੱਤੀ ਕਿ ਭਾਵੇਂ ਉਹਨਾਂ ਦੇ ਬੰਦ ਕੱਟ ਦਿੱਤੇ, ਭਾਵੇਂ ਉਹਨਾਂ ਨੂੰ ਆਰੇ ਦੇ ਨਾਲ ਚੀਰ ਦਿੱਤਾ ਗਿਆ, ਭਾਵੇਂ ਉਹਨਾਂ ਦੀਆਂ ਖੋਪਰੀਆਂ ਲੁਹਾ ਦਿੱਤੀਆਂ ਗਈਆਂ, ਭਾਵੇਂ ਉਹਨਾਂ ਨੂੰ ਚਰਖੀਆਂ ਤੇ ਚਾੜ ਦਿੱਤਾ ਗਿਆ, ਪਰ ਉਹਨਾਂ ਨੇ ਧਰਮ ਨਹੀਂ ਹਾਰਿਆ। ਅਸੀਂ ਅਰਦਾਸ ਵਿੱਚ ਰੋਜ਼ਾਨਾ ਇਹ ਬਚਨ ਦ੍ਰਿੜ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਗੁਰੂ ਪਿਆਰਿਓ, ਧਰਮ ਨਹੀਂ ਹਾਰਿਆ। ਇਹ ਸਾਰਾ ਕੁਝ ਜਿਹੜਾ ਨਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਤੋਂ ਸ਼ੁਰੂ ਹੋਇਆ ਹੈ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਅੱਜ ਅਸੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਸ਼ਹੀਦਾਂ ਦੇ ਸਰਤਾਜ ਕਹਿ ਕਰਕੇ ਯਾਦ ਕਰਦੇ ਹਾਂ। ਇੱਕ ਗੱਲ ਚੇਤੇ ਰੱਖਣਾ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੁਨੀਆ ਦੇ ਅੰਦਰ ਪਹਿਲੀ ਸ਼ਖਸੀਅਤ ਹਨ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਆਖਿਆ ਜਾਂਦਾ ਹੈ। ਦੁਨੀਆ ਦੇ ਅੰਦਰ ਕਿਸੇ ਦੂਜੇ ਸ਼ਹੀਦ ਦੇ ਪ੍ਰਤੀ ਇਹ ਸ਼ਬਦ ਸ਼ਹੀਦਾਂ ਦਾ ਸਰਤਾਜ ਨਹੀਂ ਵਰਤਿਆ ਗਿਆ, ਕੇਵਲ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਵਾਸਤੇ ਵਰਤਿਆ ਗਿਆ। ਔਰ ਇਸ ਭੁਲੇਖੇ ਵਿੱਚ ਨਾ ਰਹਿ ਜਾਣਾ, ਮਤਾਂ ਇਹ ਸਮਝ ਬੈਠਣਾ ਕਿ ਧਾਰਮਿਕ ਜਗਤ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਭ ਤੋਂ ਪਹਿਲਾਂ ਸ਼ਹਾਦਤ ਦੇਣ ਵਾਲੇ ਨੇ। ਨਹੀਂ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਤੋਂ ਪਹਿਲਾਂ ਵੀ ਧਾਰਮਿਕ ਦੁਨੀਆ ਦੇ ਅੰਦਰ ਸ਼ਹਾਦਤਾਂ ਹੋਈਆਂ ਨੇ। ਜਿਵੇਂ ਹਜ਼ਰਤ ਹਸਨ ਹੁਸੈਨ ਦੀ ਸ਼ਹਾਦਤ ਹੋਈ ਹੈ, ਮਨਸੂਰ ਦੀ ਸ਼ਹਾਦਤ ਹੋਈ ਹੈ, ਜੀਸਸ ਕ੍ਰਾਈਸਟ ਦੀ ਸ਼ਹਾਦਤ ਹੋਈ ਹੈ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਤੋਂ ਪਹਿਲਾਂ ਸ਼ਹਾਦਤਾਂ ਹੋਈਆਂ ਨੇ। ਹੋਰ ਵੀ ਕਿੰਨੀਆਂ ਸ਼ਹਾਦਤਾਂ ਜਿਹੜੀਆਂ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਤੋਂ ਪਹਿਲਾਂ ਹੋਈਆਂ ਨੇ, ਪਰ ਕਿਸੇ ਨੂੰ ਵੀ ਸ਼ਹੀਦਾਂ ਦਾ ਸਰਤਾਜ ਨਹੀਂ ਆਖਿਆ ਜਾਂਦਾ। ਕੇਵਲ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਸ਼ਹੀਦਾਂ ਦਾ ਸਰਤਾਜ ਆਖਿਆ ਜਾਂਦਾ। ਇਸ ਦਾ ਕਾਰਨ ਕੀ ਹੈ, ਇਹ ਸਾਨੂੰ ਸਮਝਣਾ ਪਏਗਾ। ਗੁਰੂ ਪਿਆਰਿਓ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਤੋਂ ਪਹਿਲਾਂ ਜਿੰਨੇ ਵੀ ਸ਼ਹੀਦ ਹੋਏ ਨੇ, ਉਹਨਾਂ ਦੇ ਕੋਲ ਸ਼ਹਾਦਤ ਤੋਂ ਬਚ ਕੇ ਜ਼ਿੰਦਗੀ ਜਿਉਣ ਦਾ ਕੋਈ ਵੀ ਦਰਵਾਜ਼ਾ ਖੁੱਲ੍ਹਾ ਨਹੀਂ ਸੀ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਕੋਲ ਸ਼ਹਾਦਤ ਤੋਂ ਬਚ ਕੇ ਜ਼ਿੰਦਗੀ ਜਿਉਣ ਦਾ ਇੱਕ ਦਰਵਾਜ਼ਾ ਖੁੱਲ੍ਹਾ ਸੀ। ਉਹ ਕੀ ਸੀ? ਜਹਾਂਗੀਰ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦਾ ਹੁਕਮ ਦਿੰਦਾ ਹੈ ਤਾਂ ਉਸ ਵਿੱਚ ਉਹ ਕਹਿੰਦਾ ਹੈ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਜਾਨ ਬਖਸ਼ ਦਿੱਤੀ ਜਾਵੇਗੀ ਜੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਇਸਲਾਮ ਕਬੂਲ ਕਰ ਲੈਣ। ਗੁਰੂ ਪਿਆਰਿਓ, ਇਹ ਦਰਵਾਜ਼ਾ ਇਸਲਾਮ ਕਬੂਲ ਕਰਨ ਵਾਲਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਖੁੱਲ੍ਹਾ ਹੋਇਆ ਮਿਲਿਆ, ਪਰ ਸਤਿਗੁਰੂ ਪਾਤਸ਼ਾਹ ਨੇ ਇਸ ਦਰਵਾਜ਼ੇ ਨੂੰ, ਜ਼ਿੰਦਗੀ ਜਿਉਣ ਦੇ ਦਰਵਾਜ਼ੇ ਨੂੰ ਨਕਾਰ ਕੇ ਪਾਤਸ਼ਾਹ ਨੇ ਮੌਤ ਸਵੀਕਾਰ ਕੀਤੀ। ਇਸ ਕਰਕੇ ਅੱਜ ਅਸੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਸ਼ਹੀਦਾਂ ਦਾ ਸਰਤਾਜ ਆਖਦੇ ਹਾਂ। ਸਾਧ ਸੰਗਤ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਤੋਂ ਪਹਿਲਾਂ ਕਿਸੇ ਵੀ ਰਹਿਬਰ ਦੇ ਕੋਲ ਇਹ ਦਰਵਾਜ਼ਾ ਨਹੀਂ ਸੀ,
कि वो अपना अकीदा छड़ के अपनी जान बख्शा सके। आप सारे जानते हो धन गुरु अर्जन देव पातशाह महाराज की शहादत 30 मई सन 1606 ਨੂੰ ਹੋਈ है। यासा कानून के तहत आप जी के ज्ञात वास्ते अर्ज करते वां कि यासा कानून चंगेज़ खान ने सन 1218 के अंदर बनाया सी। इस कानून के तहत कि जदों किसी रब्बी आशक नूं शहीद करना होवे तां इस तरीके नाल शहीद किया जावे कि उस दे खून की एक बूंद भी जमीन ते ना डिगे, क्योंकि उस दे खून की एक बूंद जिहड़ी है वो कई हज़ार शहीदां नूं जन्म दे सकती है। आप सारे जानते हो धन गुरु अर्जन देव पातशाह महाराज नूं तशिए दे करके शहीद किया गया। सब तो पहला उबलदी देग विच पानी विच बिठा करके उन्हां नूं रात भर रखा गया। शरीर जिहड़ा वो छाले छाले हो गया। उस तो बाद जालम नूं फिर भी ठंड ना पहुँची। फिर उन्होंने सतगुरु नूं तत्ती तवी ते बिठा दिता, फिर भी ठंड ना पहुँची। गुरु प्यारे हो, फिर उन्होंने उत्तों गर्म रेता सिर विच पाई है, पर फिर भी ठंड ना पहुँची। एक गल का ख्याल करना, ये सारे जिहड़े जतन सी ये धन गुरु अर्जन देव पातशाह महाराज नूं तत्ता करन वास्ते कीते जा रहे सी, पर जिसनूं तत्ता करन वास्ते जतन कीते जा रहे सी वो तो ठंडा रहा, होर सारे तत्ते हो गए। केड़ा सी जिहड़ा तत्ता ना होया होवे, सारे तत्ते हो गए। तक्को जरा, जहांगीर तत्ता, चंदू तत्ता, बाबा पृथ्वी चंद तत्ता, जल्लाद तत्ते, महीना जेठ दा तत्ता। उस तो बाद अगली गल करिए, देग तत्ती, पानी तत्ता, तवी जेड़ी वो भी तत्ती, रेत वो भी तत्ती। इत्थों तक रब्बी आशक धन गुरु अर्जन देव पातशाह महाराज का मुरीद साईं मियाँ मीर धन गुरु अर्जन देव पातशाह महाराज के शरीर नूं वेख करके तत्ता हो गया। पर जे कोई ठंडा सी तां ओ सी धन गुरु अर्जन देव पातशाह महाराज। तत्ती तवी ते बैठ करके भी धन गुरु अर्जन देव पातशाह महाराज ता गा रहे सी, हर का नाम हृदय नित ध्याई, संगी साथी सगल तराई, गुर मेरा संग सदा है नाले, सिमर सिमर तिस सदा संभाले, तेरा किया मीठा लागै, हर नाम पधारथ नानक मांगै। जिसनों तत्ता करन लगे सी वो तो ठंडा रहा, वो तो तत्ती तवी ते बैठ करके भी रब दे गुण गा रहा सी, रब दी रजा विच सी। साध संगत जेड़ा मनुख प्रेम के मार्ग के उत्ते तुरदा है ना, वो अपना सीस अपनी तली ते रख लेंदा है, फिर उसनों मौत का डर डरा नहीं सकता। दुनिया का कोई लालच, दुनिया का कोई तशिया, दुनिया का कोई कष्ट उसनों प्रेम के मार्ग तो थिड़का नहीं सकता। भावें वो शहीद हो जाएगा पर इस प्रेम के मार्ग तो थिड़केगा नहीं। शहीदां के बारे एक अदीब ने बड़ा प्यारा बचन लिखिया। वो कहता है, जो आशक होते हैं शहादत के वो जीना छोड़ देते हैं, खिलौना समझकर जिस्म को खुशी से फोड़ देते हैं। ना तख्त ताज ना हूरों की हिसरत, खुदा भी खुदाई दे तो उसे भी वापस मोड़ देते हैं। शहीद की जो मौत है वो कौम की हयात है, हयात तो हयात है वो मौत भी हयात है। साध संगत भाई साहब भाई गुरदास ने धन गुरु अर्जन देव पातशाह महाराज बारे बड़ा प्यारा बचन लिखिया। वो कहते, सच्चे पातशाह मैं तुहाडे तो कुर्बान जांदा, तुहाडे तो सदके जांदा। तुहानू देग ते पानी विच बिठा करके रखा गया, उबलदे पानी विच, पर तुहाडी प्रीत परमात्मा दे चरणां विच यों जुड़ी रही जिवें एक मच्छी दी प्रीत पानी दे नाल जुड़ी रहिंदी है। फिर वो अगे कहंदे ने, हे धन गुरु अर्जन देव पातशाह महाराज, तुहानू तत्ती तवी ते बिठाया गया, तुहाडे थल्ले अग बाली गई, पर तुहाडी प्रीत इवें परमात्मा नाल जुड़ी रही
ਜਿਵੇਂ ਇੱਕ ਪਤੰਗੇ ਦੀ ਪ੍ਰੀਤ ਜੋਤ ਦੇ ਨਾਲ ਜੁੜੀ ਰਹਿੰਦੀ ਹੈ, ਭਾਵੇਂ ਜੋਤ ਉਸ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਫਿਰ ਅਗਲਾ ਬਚਨ ਲਿਖਿਆ, ਕਹਿਣ ਲੱਗੇ ਹਿਰਨ ਦੀ ਜਿਹੜੀ ਪ੍ਰੀਤ ਹੈ ਉਹ ਨਾਦ ਦੇ ਨਾਲ ਹੁੰਦੀ ਹੈ, ਔਰ ਨਾਦ ਦੀ ਪ੍ਰੀਤ ਕਰਕੇ ਭਾਵੇਂ ਸ਼ਿਕਾਰੀ ਉਸ ਦਾ ਸ਼ਿਕਾਰ ਕਰ ਲਏ ਪਰ ਉਹ ਆਪਣੀ ਪ੍ਰੀਤ ਕਦੇ ਵੀ ਤੋੜਦਾ ਨਹੀਂ। ਭੌਰਾ ਜਿਹੜਾ ਹੈ ਉਹ ਕਮਲ ਦੇ ਨਾਲ ਆਪਣੀ ਪ੍ਰੀਤ ਜੋੜ ਕੇ ਰੱਖਦਾ ਹੈ, ਭਾਵੇਂ ਉਸ ਨੂੰ ਰਾਤ ਭਰ ਕਮਲ ਦੇ ਫੁੱਲ ਵਿੱਚ ਬੰਦ ਰਹਿਣਾ ਪੈ ਜਾਏ। ਉਹਨਾਂ ਦਾ ਬਚਨ ਹੈ, ਉਹ ਕਹਿੰਦੇ ਨੇ ਰਹਿੰਦੇ ਗੁਰ ਦਰਿਆ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿਵ ਮਿਰਗ ਜਿਉ ਭੀੜ ਪਈ ਚਿਤ ਅਵਰ ਨਾ ਜਾਣੀ, ਚਰਨ ਕਮਲ ਮਿਲ ਭਵਰ ਜਿਉ ਸੁਖ ਸੰਪਟ ਵਿੱਚ ਰਹਿਣ ਵਿਹਾਣੀ। ਫਿਰ ਅਗਲਾ ਜਿਹੜਾ ਬਚਨ ਲਿਖਿਆ ਕਮਾਲ ਦਾ, ਕਹਿਣ ਲੱਗੇ ਗੁਰ ਉਪਦੇਸ਼ ਨਾ ਵੀਸਰੈ, ਬਾਬੀ ਹੈ ਜਿਉ ਆਖ ਵਖਾਣੀ। ਹੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਤੱਤੀ ਤਵੀ ਦੇ ਉੱਤੇ ਬੈਠ ਕਰਕੇ ਵੀ ਗੁਰੂ ਦਾ ਉਪਦੇਸ਼ ਤੁਸੀਂ ਭੁਲਾਇਆ ਨਹੀਂ। ਤੱਤੀ ਤਵੀ ਤੇ ਬੈਠ ਕੇ ਵੀ ਤੁਸੀਂ ਵਾਹਿਗੁਰੂ ਜੀ ਦਾ ਜਾਪ ਕਰ ਰਹੇ ਸੀ। ਗੁਰ ਉਪਦੇਸ਼ ਨਾ ਵੀਸਰੈ, ਬਾਬੀ ਹੈ ਜਿਉ ਆਖ ਵਖਾਨੀ, ਗੁਰਮੁਖ ਸੁਖ ਫਲ ਪਿਰਮ ਰਸ, ਸਹਿਜ ਸਮਾਦ ਸਾਧ ਸੰਗ ਜਾਣੀ, ਗੁਰ ਅਰਜਨ ਵਿਟੋਂ ਕੁਰਬਾਣੀ। हे ਸੱਚੇ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ, ਮੈਂ ਤੁਹਾਡੇ ਤੋਂ ਸਦਕੇ ਜਾਂਦਾ ਹਾਂ। ਤੱਤੀ ਤਵੀ ਤੇ ਬੈਠ ਕਰਕੇ ਵੀ ਤੁਸੀਂ ਉਸ ਰੱਬ ਨੂੰ ਨਮਸਕਾਰ ਕਰ ਰਹੇ ਸੀ। ਸਾਧ ਸੰਗਤ ਵਾਰਣੇ ਜਾਈਏ, ਬਲਿਹਾਰ ਜਾਈਏ, ਵਾਰ ਵਾਰ ਨਮਸਕਾਰ ਕਰੀਏ ਉਸ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ, ਜਿਹੜਾ ਹਰ ਵੇਲੇ ਪਰਮਾਤਮਾ ਨੂੰ ਨਮਸਕਾਰ ਕਰਦਾ ਹੈ। ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਭੁੱਲਾਂ ਚੁੱਕਾਂ ਦੀ ਮੁਆਫੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।